श्री गुरु ग्रंथ साहिब महाराज जी की पावन पवित्र हजूरी अंदर जुड़ बैठी गुरु प्यारी गुरु सवारी साध संगत जी। आप जी श्री गुरु ग्रंथ साहिब पातशाह महाराज जी की पावन पवित्र हजूरी अंदर जुड़ बैठ के सतसंगत दे इस महान कुंभ दे अंदर अपने जिंदगी दे अनमोलक सवासां नूं सफल कर रहे हो, क्योंकि जिंदगी दे विच सब तो अमोलक चीज़ ये सवास ने और ये चल रहे हैं। इन्हां नूं असीं रोक नहीं सकते, सिर्फ इन्हां दा यूटिलाइज कर सकते हैं, इन्हां दा उपयोग कर सकते हैं। इन्हां नूं रोकिया नहीं जा सकता और इन्हां दा उपयोग दुनिया दोवां साइडां च कर लैंदी है और इस नूं बाहरी काम करने वास्ते भी वरत लैंदे ने और अंतरीवी ते जो कर रहे कर ही रहे हैं। पर गुरबाणी ये मनती है ये सवास सफलता ने इन्हां दी बड़ी वड्डी कीमत है और ये कीमती वस्तु ताई फायदेमंद होएगी जे इहदे नाल कीमती चीज़ खरीद ली जाए, क्योंकि सोने दे मुल दा कागज नहीं हुंदा। कोई मनुख सोने दियां अशरफियां नाल कागज खरीदे, हम उन्होंने कहना पेगा तू गलत कर रहे हैं, क्यों एड्डी वड्डी महंगी वस्तु के नाल कागज खरीद रहे हैं। ऐवे सवास में साथ संगत ये बहुत महंगी वस्तु है और गुरबाणी विच ये भगत कबीर जी ने गुरबाणी विच ये बयान भी किया है। मनुख इन्हां सवासां नाल कुछ भी कर सकता है, वो इन्ना सवास ये चलते रहनगे, बुद्धि ये कोल है, इस बुद्धि दे नाल इन्ना सारा दुनिया के उत्ते अपना रोब जमा लेगा, दुनिया इसकी आशिक हो जाएगी। इन्ना माया इकट्ठी कर सकता है, ये सवास ये कोल होने चाहिए ने बस। और इन्हां सवासां दे नाल ही ये मनुख अपनी जिंदगी दे विच बहुत वड्डा भगत भी बन सकता है। इस करके गुरबाणी में ये है सवास सफल भी ने ते निसफल भी ने। ताई कहा जाता है सतसंगत में आके सवास सफल होंदे ने। सफल क्यों होंदे ने? इनू अपने टीचे का पता लगता है, अपने मनोरथ का पता लगता है। मनुख नूं गुरु की संगत में आके अपने असले का पता लगता है, तो ये सफल ने। वो टाइम सफल है। आप बच्चे नूं कह दें कई बार भी अपनी जिंदगी के विच तू कुछ बनना चाहना, जिन्नी देर ज़्यादा हो सके उन्नी देर तू पढ़। जे बच्चा किते 2-4 घंटे क्रिकेट खेलण दे विच गवा देवे, उसनों कह देंदे हन कर दे अज तो तू टाइम गवा लिया, क्यों अज पढ़िया ही नहीं, अज का टाइम व्यर्थ चला गया। अगले दिन फिर अज का टाइम भी व्यर्थ चला गया। तू टाइम नूं व्यर्थ गवा लिया। और साथ संगत
ਜਦੋਂ ਮਨੁੱਖ ਦੇ ਕੋਲ ਸਮਾਂ ਹੁੰਦਾ ਹੈ ਉਦੋਂ ਮਨੁੱਖ ਤਿਆਰ ਨਹੀਂ ਹੁੰਦਾ, ਜਦੋਂ ਮਨੁੱਖ ਤਿਆਰ ਹੁੰਦਾ ਹੈ ਉਦੋਂ ਸਮਾਂ ਲੰਘ ਜਾਂਦਾ ਹੈ। ਔਰ ਸਾਡੀ ਜ਼ਿੰਦਗੀ ਦੇ ਵਿੱਚ ਬੜੀਆਂ ਚੀਜ਼ਾਂ ਸਾਨੂੰ ਤਾਂ ਹੀ ਪ੍ਰਾਪਤ ਨਹੀਂ ਹੋਈਆਂ, ਅਸੀਂ ਉਸ ਸਮੇਂ ਤਿਆਰ ਨਹੀਂ ਸੀ। ਔਰ ਜਦੋਂ ਅਸੀਂ ਤਿਆਰ ਹੁੰਦੇ ਹਾਂ ਉਦੋਂ ਸਮਾਂ ਨਹੀਂ ਹੁੰਦਾ ਉਸ ਚੀਜ਼ ਦਾ। ਇਸ ਕਰਕੇ ਗੁਰਬਾਣੀ ਇਹਨਾਂ ਪ੍ਰਾਣਾਂ ਨੂੰ, ਇਹਨਾਂ ਸਵਾਸਾਂ ਨੂੰ ਸਫਲ ਕਰਨ ਦੀ ਗੱਲ ਕਰਦੀ ਹੈ। ਔਰ ਇਹਦੇ ਵਿੱਚ ਬਾਣੀ ਕਹਿੰਦੀ ਹੈ, ਇਹਨਾਂ ਸਵਾਸਾਂ ਦੇ ਨਾਲ ਕਿਨਹੀ ਬਣਦਿਆ ਕਾਂਸੀ ਤਾਬਾ, ਕਿਨਹੀ ਲੋਕ ਸਫਾਰੇ। ਸੰਤੋ ਬਣਦਿਆ ਨਾਮ ਗੋਬਿੰਦ ਕਾ ਨਿਭੀ ਖੇਪ ਹਮਾਰੀ। ਦੋਵੇਂ ਸਾਈਡਾਂ ਨੇ। ਇਹ ਸਵਾਸ ਜਦੋਂ ਤਾਈਂ ਚੱਲਦੇ ਰਹੇ, ਕਈ ਮਨੁੱਖਾਂ ਨੇ ਜ਼ਿੰਦਗੀ ਦੇ ਅੰਦਰ ਬਹੁਤ ਵੱਡਾ ਕੰਮ ਸੈਟਅਪ ਕਰ ਲਿਆ, ਪਰ ਪਰਮੇਸ਼ਰ ਨੂੰ ਯਾਦ ਨਾ ਰੱਖ ਸਕੇ। ਅੱਜ ਦੀ ਇਹ ਕਥਾ ਦੇ ਅੰਦਰ ਇੱਕ ਸ਼ਬਦ ਆਇਆ, ਹਿਰਦਾ। ਇਹ ਮਨ ਨਿਸ਼ਚਲ ਹਿਰਦੈ ਵਸੀਲੇ, ਗੁਰਮੁਖ ਮੂਲ ਪਛਾਣ ਰਹਿ। ਇੱਥੇ ਸ਼ਬਦ ਸੀ, ਮਨੁੱਖ ਆਪਣੇ ਮੂਲ ਨੂੰ ਕਿਵੇਂ ਪਛਾਣੇ। ਗੁਰਬਾਣੀ ਵਿੱਚ ਮੂਲ ਦੀ ਗੱਲ ਆਈ ਹੋਈ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਚਲੋ ਇਸ ਪੰਕਤੀ ਨੂੰ ਆਪਾਂ ਹੌਲੀ ਹੌਲੀ ਥੋੜ੍ਹਾ ਜਿਹਾ ਖੋਲ੍ਹਣ ਦਾ ਯਤਨ ਕਰਾਂਗੇ, ਕਿਉਂਕਿ ਹਿਰਦੇ ਦਾ ਮਤਲਬ ਵੈਸੇ ਹੀ, ਜੇ ਇਹਨੂੰ ਇੰਗਲਿਸ਼ ਦੇ ਵਿੱਚ ਲਈ ਹਾਰਟ ਕਹਿੰਦੇ ਨੇ ਇਹਨੂੰ। ਹਾਰਟ ਦਾ ਮਤਲਬ ਤੇ ਇੱਕ ਪਾਰਟ ਹੈ ਕਿ ਮਨ ਹਿਰਦੇ ਵਿੱਚ ਵੱਸਦਾ ਹੈ। ਪਹਿਲਾਂ ਥੋੜ੍ਹਾ ਜਿਹਾ ਮਨ ਬਾਰੇ ਸਮਝਣ ਦੀ ਲੋੜ ਹੈ। ਮਨ ਕੀ ਹੈ? ਅਸੀਂ ਅੱਖਾਂ ਬੰਦ ਕਰਦੇ ਹਾਂ, ਜੋ ਤਸਵੀਰਾਂ ਚੱਲ ਰਹੀਆਂ ਨੇ, ਜੋ ਵਿਚਾਰ ਆ ਰਹੇ ਨੇ, ਜੋ ਜਾ ਰਹੇ ਨੇ, ਇਹ ਸਭ ਮਨ ਹੈ। ਚੰਗੇ ਆਉਣ ਮਾੜੇ ਆਉਣ ਉਹ ਨਹੀਂ ਹੈ, ਮਨ ਹੈ ਬਸ। ਔਰ ਮਨੁੱਖ ਜਦੋਂ ਹੀ ਅੱਖਾਂ ਬੰਦ ਕਰਦਾ ਹੈ, ਵਿਚਾਰਾਂ ਦਾ ਪ੍ਰਵਾਹ ਸ਼ੁਰੂ ਚੱਲ ਤੇ ਰਿਹਾ, ਅੱਖਾਂ ਬੰਦ ਕਰਕੇ ਥੋੜ੍ਹਾ ਜਿਹਾ ਨੇੜੇ ਲੱਗ ਜਾਂਦਾ, ਇਹਨੂੰ ਪਤਾ ਲੱਗਣ ਲੱਗ ਜਾਂਦਾ। ਕਈ ਮਨੁੱਖ ਐਸੇ ਨੇ, ਔਰ ਇਹ ਸ਼ਿਕਾਇਤ ਵੀ ਕਰਦੇ ਨੇ, ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਸਾਡੇ ਅੰਦਰ ਮਾੜੇ ਵਿਚਾਰ ਆਉਂਦੇ ਨੇ, ਗਲਤ ਵਿਚਾਰ ਆਉਂਦੇ ਨੇ। ਪਰ ਸਾਧ ਸੰਗਤ, ਗਲਤ ਵਿਚਾਰ ਆਉਂਦੇ ਨਹੀਂ ਹਨ। ਆਉਣਗੇ ਕਿੱਥੋਂ? ਅਸੀਂ ਕਿਤੋਂ ਬਾਹਰੋਂ ਥੋੜ੍ਹੀ ਨਾ ਆ ਰਹੇ ਨੇ। ਅੱਖਾਂ ਬੰਦ ਨੇ, ਵਿਚਾਰ ਤੇ ਬਾਹਰੋਂ ਆ ਹੀ ਨਹੀਂ ਰਿਹਾ। ਨਹੀਂ, ਉਹ ਮਾੜੇ ਵਿਚਾਰ ਸਾਡੇ ਮਨ ਵਿੱਚ ਹੈਗੇ ਨੇ। ਵਿਚਾਰ ਬਾਹਰੋਂ ਨਹੀਂ ਆ ਰਿਹਾ, ਅੰਦਰ ਹੀ ਹੈ ਵਿਚਾਰ। ਅੰਦਰ ਵਿਚਾਰ ਮਾੜੇ ਹੈਗੇ ਨੇ, ਪਰ ਥੋੜ੍ਹਾ ਗੁਰਬਾਣੀ ਪੜ੍ਹ ਕੇ ਪਤਾ ਲੱਗ ਗਿਆ ਮੇਰੇ ਅੰਦਰ ਮਾੜੇ ਵਿਚਾਰ ਵੀ ਹੈ ਨਹੀਂ। ਬਸ ਇੰਨਾ ਫਰਕ ਹੈ। ਕਿਉਂਕਿ ਜਦੋਂ ਮਨੁੱਖ ਇਕਾਗਰ ਹੁੰਦਾ ਹੈ, ਆਪਣੇ ਨਜ਼ਦੀਕ ਜਾਂਦਾ ਹੈ, ਉਹਨੂੰ ਆਪਣੇ ਆਪ ਦਾ ਪਤਾ ਲੱਗਦਾ ਮੈਂ ਕੀ ਹਾਂ। ਔਰ ਬਹੁਤੀ ਵਾਰੀ ਮਨੁੱਖ ਰੋ ਵੀ ਪੈਂਦਾ ਜਦੋਂ ਜਦੋਂ ਸਾਧਨਾ ਗਹਿਰੀ ਹੁੰਦੀ ਜਾਂਦੀ ਹੈ, ਕਹਿੰਦਾ ਮੈਂ ਐਸਾ। ਬਾਹਰਲੀ ਦੁਨੀਆ ਦੇ ਵਿੱਚ ਮੇਰੀ ਤਸਵੀਰ ਕੁਝ ਹੋਰ ਹੈ, ਪਰ ਅੰਦਰੋਂ ਤੇ ਮੈਂ ਐਸਾ। ਗੁਰਬਾਣੀ ਕਹਿੰਦੀ ਮਨ ਜਾਣਤ ਸਭ ਬਾਤ। ਸਭ ਤੋਂ ਜ਼ਿਆਦਾ ਇੱਕ ਮਨੁੱਖ ਦੇ ਬਾਰੇ ਉਹ ਮਨੁੱਖ ਹੀ ਜਾਣਦਾ, ਦੂਜਾ ਕੋਈ ਨਹੀਂ ਜਾਣਦਾ। ਮਨੁੱਖ ਦੇ ਮਨ ਵਿੱਚ ਕੀ ਹੈ, ਸ਼ਾਇਦ ਉਹਦੇ ਘਰਦਿਆਂ ਨੂੰ ਵੀ ਨਾ ਪਤਾ ਹੋਵੇ। ਔਰ ਬਹੁਤੀਆਂ ਗੱਲਾਂ ਮਨੁੱਖ ਮਨ ਦੀਆਂ ਕਰਦਾ ਵੀ ਨਹੀਂ ਕਿਸੇ ਨਾਲ, ਡਰਦਾ ਵੀ ਹੈ ਕਿ ਐਸੀ ਗੱਲ ਮੈਂ ਇਹਦੇ ਨਾਲ ਕਰਾਂਗਾ, ਕੱਲ੍ਹ ਨੂੰ ਕੋਈ ਵਿਵਾਦ ਨਾ ਖੜਾ ਹੋ ਜਾਏ। ਮਨੁੱਖ ਦੇ ਮਨ ਵਿੱਚ ਕੁਝ ਹੋਰ ਹੁੰਦਾ ਹੈ, ਸਰੀਰ ਦੇ ਤਲ 'ਤੇ ਉਹ ਪ੍ਰਦਰਸ਼ਿਤ ਕੁਝ ਹੋਰ ਕਰ ਦਿੰਦਾ ਹੈ। ਔਰ ਜਿਨ੍ਹਾਂ ਨੂੰ ਅੱਜ ਤਾਈਂ ਮਨ ਦੀ ਸਮਝ ਨਹੀਂ ਨਾ ਲੱਗੀ, ਉਹ ਦੁਨੀਆ ਵਿੱਚ ਇਹ ਦਾਅਵੇ ਹੀ ਕਰਦੇ ਚਲੇ ਗਏ ਅਸੀਂ ਬੜੇ ਚੰਗੇ ਹਾਂ। ਔਰ ਜਿਨ੍ਹਾਂ ਨੂੰ ਮਨ ਦੀ ਸਮਝ ਲੱਗੀ ਸਾਧ ਸੰਗਤ, ਉਹ ਇਹ ਦਾਅਵਾ ਕਰਦੇ ਰਹੇ ਅਸੀਂ ਕਿਸੇ ਤੋਂ ਵੀ ਚੰਗੇ ਨਹੀਂ। ਜਿਨ੍ਹਾਂ ਨੂੰ ਸਮਝ ਲੱਗ ਗਈ ਮਨ ਦੀ, ਉਹ ਕਹਿੰਦੇ ਰਹੇ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ।
ਐਵੇਂ ਵੀ ਕਹਿੰਦੇ ਨੇ। ਔਰ ਜਿਨ੍ਹਾਂ ਨੂੰ ਸਮਝ ਨਾ ਲੱਗੀ ਉਹ ਕਹਿੰਦੇ ਨੇ ਅਸੀਂ ਚੰਗੇ ਆ, ਦੁਨੀਆ ਸਾਰੀ ਬੁਰੀ ਹੈ। ਆਮ ਮਨੁੱਖ ਕਹਿ ਦਿੰਦਾ ਦੁਨੀਆ ਕਿੱਡੀ ਮਾੜੀ ਹੋ ਗਈ ਹੈ। ਹੱਦ ਹੋ ਗਈ, ਦੁਨੀਆ ਕਿੱਥੋਂ ਮਾੜੀ ਹੋ ਗਈ? ਪਹਿਲਾਂ ਆਪਣੇ ਆਪ ਨੂੰ ਵੇਖੀਏ, ਜੇ ਦੁਨੀਆ ਮਾੜੀ ਹੈ ਅਸੀਂ ਚੰਗੇ ਕਿਵੇਂ ਹੋ ਗਏ? ਦੁਨੀਆ ਇੱਕ ਐਵੇਂ ਸਮਝ ਲਓ ਤਲਾਬ ਹੈ ਔਰ ਅਸੀਂ ਉਹਦੀਆਂ ਮਛਲੀਆਂ। ਜੇ ਤਲਾਬ ਗੰਦਾ ਤਾਂ ਸਾਰੀਆਂ ਹੀ ਮਛਲੀਆਂ ਗੰਦੀਆਂ ਨੇ। ਜੀ ਕਹਿੰਦੀ ਸ਼ਹਿਰ ਕਿੱਡਾ ਗੰਦਾ ਹੋ ਗਿਆ, ਮੁਹੱਲਾ ਕਿੱਡਾ ਗੰਦਾ ਹੋ ਗਿਆ, ਫਿਰ ਮੁਹੱਲੇ ਵਿੱਚ ਰਹਿਣ ਵਾਲਾ ਕਿਵੇਂ ਚੰਗਾ ਹੋ ਗਿਆ? ਔਰ ਮਨੁੱਖ ਦੀ ਇਹ ਫਿਤਰਤ ਹੈ, ਮਨ ਦੀ ਇਹ ਫਿਤਰਤ ਹੈ। ਮਨੁੱਖ ਹਜੇ ਆਪਣੇ ਮਨ ਬਾਰੇ ਨਹੀਂ ਜਾਣਦਾ। ਜਿਸ ਦਿਨ ਇਹ ਜਾਣ ਲੈਂਦਾ ਉਸ ਦਿਨ ਇਹ ਕਹਿੰਦਾ ਹੈ ਜਪ ਜਪ ਕੇ, ਬਾਣੀ ਪੜ੍ਹ ਕੇ। ਜਦੋਂ ਮਾੜਾ ਜਿਹਾ ਮਨ ਨਿਰਮਲ ਹੁੰਦਾ ਹੈ ਇਹ ਫਿਰ ਆਪਣੇ ਮਨ ਨੂੰ ਪਹਿਲਾਂ ਕਹਿੰਦਾ ਹੈ ਤੂੰ ਚੰਗਾ ਨਹੀਂ ਹੈ। ਔਰ ਇਹ ਆਪਣੇ ਮਨ ਨਾਲ ਗੱਲਾਂ ਵੀ ਕਰ ਲੈਂਦਾ। ਮੈਂ ਤਾਂ ਕਹਿੰਦਾ ਆਪਣੇ ਮਨ ਨਾਲ ਹੀ ਗੱਲ ਮਨੁੱਖ ਨੂੰ ਜ਼ਿਆਦਾ ਕਰਨੀ ਚਾਹੀਦੀ ਹੈ। ਗੁਰਬਾਣੀ ਐਸੀ ਸਟੇਜ ਵੀ ਦੱਸਦੀ ਹੈ ਜਿੱਥੇ ਆਪਣੇ ਮਨ ਨੂੰ ਹੀ ਸੰਬੋਧਨ ਕਰ ਦਿੱਤਾ ਜਾਂਦਾ ਹੈ। ਆਪਣੇ ਮਨ ਨਾਲ ਹੀ ਗੱਲ ਕਰ ਲਈ ਜਾਂਦੀ ਹੈ, ਕਿਸੇ ਨਾਲ ਗੱਲ ਕਰਨ ਦੀ ਲੋੜ ਨਹੀਂ। ਆਪ ਹੀ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ। ਇਹ ਗੱਲ ਕਿਹਦੀ ਹੈ? ਆਪਣੇ ਮਨ ਨਾਲ। ਅੱਖਾਂ ਬੰਦ ਨੇ, ਆਪਣੇ ਮਨ ਨੂੰ ਕਿਹਾ ਜਾ ਰਿਹਾ ਮਨਾ ਇਹ ਟਾਈਮ ਬੜਾ ਵੱਡਾ ਹੀ, ਰੱਬ ਦਾ ਨਾਮ ਲੈ ਲਈਏ। ਮਨਾ ਇਹ ਸਮਾਂ ਨਹੀਂ ਦੁਬਾਰਾ ਲੱਭਣਾ, ਐਸਾ ਸਮਾਂ ਦੁਬਾਰਾ ਨਹੀਂ ਆਏਗਾ, ਰੱਬ ਦਾ ਨਾਮ ਲੈ ਲਈਏ। ਇਹ ਉਦੋਂ ਦੀ ਗੱਲ ਹੈ ਜਦੋਂ ਮਨੁੱਖ ਆਪਣੇ ਮਨ ਦੇ ਨਾਲ ਵਿਚਾਰ ਕਰਨ ਲੱਗ ਜਾਏ। ਔਰ ਯਾਦ ਰੱਖਣਾ ਸਾਧ ਸੰਗਤ, ਇਹ ਮਨ ਕੋਈ ਇਕੱਲੀ ਚੀਜ਼ ਨਹੀਂ ਹੈ। ਪਹਿਲਾਂ ਮਨ ਦੇ ਵਿੱਚ ਵਿਚਾਰ ਆਉਂਦਾ ਹੈ, ਫਿਰ ਬੁੱਧੀ ਉਹਦੇ 'ਤੇ ਫੈਸਲਾ ਲੈਂਦੀ ਹੈ, ਫਿਰ ਜੋ ਫੈਸਲਾ ਲੈ ਲੈਂਦੀ ਹੈ ਉਹ ਚਿੱਤ ਵਿੱਚ ਚਲਾ ਜਾਂਦਾ ਹੈ, ਔਰ ਚਿੱਤ ਵਿੱਚ ਜੋ ਕੁਛ ਹੈ ਉਹਦਾ ਹੰਕਾਰ ਹੋ ਜਾਂਦਾ ਹੈ। ਇਹ ਚਾਰ ਚੀਜ਼ਾਂ ਨੇ। ਜਿਵੇਂ ਪਹਿਲਾਂ ਮਨੁੱਖ ਸੜਕ 'ਤੇ ਜਾ ਰਿਹਾ ਹੈ, ਅੱਜ ਦੇ ਹਿਸਾਬ ਨਾਲ ਉਹਨੇ ਮਾਸਕ ਨਹੀਂ ਲਾਇਆ, ਅੱਗੇ ਪੁਲਿਸ ਖਲੋਤੀ ਹੈ, ਮਨ ਨੇ ਕਿਹਾ, ਵਿਚਾਰ ਆਇਆ, ਮਾਸਕ ਨਹੀਂ ਲਾਇਆ, ਬੁੱਧੀ ਕਹਿੰਦੀ ਹੈ ਫਟਾਫਟ ਲਾ ਲਾ 500 ਰੁਪਏ ਪੈ ਜਾਏਗਾ। ਹੁਣ ਚੇਤੇ ਵਿੱਚ 500 ਹੈ ਤਾਂ ਹੀ ਤੇ ਬੁੱਧੀ ਨੇ ਫਟਾਫਟ ਫੈਸਲਾ ਲੈ ਲਿਆ। ਮਨ ਵਿੱਚ ਵਿਚਾਰ ਆਉਂਦਾ ਹੈ, ਬੁੱਧੀ ਉਹਦੇ 'ਤੇ ਫੈਸਲਾ ਲੈਂਦੀ ਹੈ। ਔਰ ਕਈ ਵਾਰੀ ਮਨੁੱਖ ਦਾ ਮਨ ਬੁੱਧੀ 'ਤੇ ਇੱਡਾ ਪ੍ਰਭਾਵੀ ਹੋ ਜਾਂਦਾ ਹੈ ਉਹ ਸਹੀ ਫੈਸਲਾ ਲੈਣ ਵੀ ਨਹੀਂ ਦਿੰਦਾ, ਦਿਲ ਪ੍ਰਭਾਵਿਤ ਹੋ ਜਾਂਦਾ ਹੈ। ਕਈ ਵਾਰੀ ਮਨੁੱਖ ਦਾ ਦਿਲ ਦਿਮਾਗ ਨੂੰ ਸੋਚਣ ਹੀ ਨਹੀਂ ਦਿੰਦਾ, ਐਸਾ ਵੀ ਹੁੰਦਾ ਹੈ। ਔਰ ਇਹਨੂੰ ਗੁਰਬਾਣੀ ਕਹਿੰਦੀ ਹੈ ਅੱਜ ਦੇ ਸਮੇਂ ਦੇ ਵਿੱਚ ਮਨੁੱਖ ਦਾ ਦਿਲ ਬਾਹਰੀ ਦੁਨੀਆ ਦੀ ਲਿਸ਼ਕ ਨਾਲ ਇੱਡਾ ਜੁੜ ਗਿਆ ਹੈ, ਬੁੱਧੀ ਨੂੰ ਤੇ ਪਾਗਲ ਹੀ ਕਰ ਦਿੱਤਾ ਇਹਨੇ, ਇੱਡਾ ਪਾਗਲ ਕਰ ਦਿੱਤਾ ਹੈ। ਬਾਣੀ ਕਹਿੰਦੀ ਪ੍ਰਾਨੀ ਕਛੂ ਨਾ ਚੇਤਈ ਮਦ ਮਾਇਆ ਕੈ ਅੰਧ। ਬਾਹਰੀ ਪਦਾਰਥਾਂ ਦੇ ਵਿਚਾਰਾਂ ਦੇ ਨਾਲ ਇੱਡਾ ਸੰਗੀਨ ਹੋ ਗਿਆ ਸਾਧ ਸੰਗਤ, ਬੁੱਧੀ ਤੋਂ ਫੈਸਲਾ ਹੀ ਨਾ ਕਰਾ ਸਕਿਆ, ਇੰਨਾ ਡੂੰਘਾ ਹੋ ਗਿਆ, ਬੁੱਧੀ ਵਿਚਾਰ ਹੀ ਨਾ ਕਰ ਸਕੀ ਚੰਗਾ ਕੀ ਹੈ ਮਾੜਾ ਕੀ ਹੈ। ਬਾਹਰੀ ਦੁਨੀਆ ਦੇ ਵਿੱਚ ਇਹਦੇ ਵਾਸਤੇ ਕਿਹੜੀ ਚੀਜ਼ ਮਾੜੀ ਹੈ ਕਿਹੜੀ ਚੰਗੀ ਹੈ ਇਹ ਮਨੁੱਖ ਨੂੰ ਪਤਾ ਹੈ। ਛੋਟੇ ਲੈਵਲ 'ਤੇ ਸਰੀਰ ਵਾਸਤੇ ਕੀ ਚੰਗਾ ਹੈ ਪਤਾ ਹੈ, ਸਮਾਜ ਵਿੱਚ ਕੀ ਪਾਉਣਾ ਹੈ, ਕੀ ਖਾਣਾ ਹੈ ਔਰ ਕਿਵੇਂ ਬੋਲਣਾ ਇਹ ਵੀ ਇਹਨੂੰ ਪਤਾ ਹੈ, ਇਹਨੇ ਸਿੱਖਿਆ ਹੈ। ਪਰ ਰੱਬ ਦੇ ਤਲ 'ਤੇ ਕੀ ਚੰਗਾ ਹੈ ਕੀ ਮਾੜਾ ਹੈ ਇਹਨੂੰ ਨਹੀਂ ਪਤਾ। ਮੇਰੀ ਦੁਨੀਆ ਦੇ ਵਿੱਚ ਲੰਮੇ ਤੌਰ 'ਤੇ ਸਭ ਤੋਂ ਲਈ ਮੇਰੇ ਲਈ ਚੰਗਾ ਕੀ ਹੈ ਮੈਨੂੰ ਇਹਨੂੰ ਨਹੀਂ ਪਤਾ। ਕਿਉਂ? ਇਸੇ ਕਰਕੇ ਇਹਦੇ ਉੱਤੇ, ਇਹਦੇ ਮਨ ਦੇ ਉੱਤੇ ਪਦਾਰਥ ਪ੍ਰਭਾਵੀ ਨੇ, ਬਾਹਰੀ ਵਿਚਾਰ ਪ੍ਰਭਾਵੀ ਨੇ, ਇਹਨੂੰ ਗੁਰਦੁਆਰੇ ਬਹਿਣ ਹੀ ਨਹੀਂ ਦਿੰਦੇ, ਨਾ ਗੁਰਬਾਣੀ ਪੜ੍ਹਨ ਦਿੰਦੇ ਨੇ, ਨਾ ਸਤ ਸੰਗਤ ਕਰਨ ਦਿੰਦੇ ਨੇ। ਕਾਰਨ ਕੀ ਹੈ? ਮਨ ਦੇ ਉੱਤੇ ਦੁਨੀਆ ਪ੍ਰਭਾਵੀ ਹੋ ਗਈ ਹੈ, ਮਨ ਦੇ ਉੱਤੇ ਦੁਨੀਆ ਦਾ ਪ੍ਰਭਾਵ ਪੈ ਗਿਆ ਚੋਖਾ, ਬਹੁਤ ਜ਼ਿਆਦਾ। ਹੁਣ ਉਹ ਪ੍ਰਭਾਵ ਹੈ ਮਨੁੱਖ ਅਸਲ ਦੇ ਵਿੱਚ ਕਹਿ ਦਿੰਦਾ ਹੈ, ਕਿਉਂਕਿ
ਜਿਸ ਦੇ ਨਾਲ ਜ਼ਿਆਦਾ ਪਿਆਰ ਹੋਏਗਾ, ਜ਼ਿਆਦਾ ਟਾਈਮ ਮਨੁੱਖ ਉਸ ਨੂੰ ਹੀ ਦਿੰਦਾ ਹੈ। ਮਨੁੱਖ ਦਾ ਸਮਾਂ, ਮਨੁੱਖ ਦਾ ਪਿਆਰ ਬਾਹਰੀ ਦੁਨੀਆ ਦੇ ਨਾਲ ਜ਼ਿਆਦਾ ਹੈ। ਇਸ ਕਰਕੇ ਕਈ ਵਾਰੀ ਅੱਜ ਗੁਰਦੁਆਰੇ ਨਹੀਂ ਆਏ, ਮੇਰੇ ਕੋਲ ਟਾਈਮ ਨਹੀਂ ਸੀ। ਇਹਦਾ ਮਤਲਬ ਕੀ ਹੋਇਆ? ਇਹਦਾ ਇੱਕੋ ਹੀ ਮਤਲਬ ਹੈ, ਜਿਸ ਚੀਜ਼ ਨਾਲ ਇਹਦਾ ਪਿਆਰ ਸੀ ਉੱਥੋਂ ਲੜੀ ਨਹੀਂ ਟੁੱਟੀ, ਉੱਥੋਂ ਆ ਹੀ ਨਹੀਂ ਸਕਿਆ। ਜੇ ਇੱਥੇ ਪਿਆਰ ਹੁੰਦਾ ਆਉਂਦਾ, ਉਹ ਪਿਆਰ ਜਿਉਂ-ਜਿਉਂ ਘਟਦਾ ਰਹਿੰਦਾ ਹੈ, ਇੱਥੋਂ ਸੰਪਰਕ ਟੁੱਟਦਾ ਰਹਿੰਦਾ ਹੈ। ਗੁਰਬਾਣੀ ਦੇ ਵਿੱਚ ਕੀ, ਰਿਸ਼ਤੇਦਾਰੀ 'ਚ ਵੀ ਇਹ ਹੁੰਦਾ, ਜਿਉਂ-ਜਿਉਂ ਕਿਸੇ ਦੇ ਨਾਲ ਪਿਆਰ ਵੱਧਦਾ ਜਾਂਦਾ, ਮਨੁੱਖ ਦਾ ਆਉਣਾ ਜਾਣਾ ਵੱਧਦਾ ਜਾਂਦਾ, ਜਿਉਂ-ਜਿਉਂ ਘਟਦਾ ਜਾਂਦਾ ਹੈ। ਇਹੀ ਹੈ, ਜਿੱਥੇ ਜਿੱਥੇ ਪਿਆਰ ਵੱਧਦਾ ਜਾਏਗਾ, ਦੁਨੀਆ ਨਾਲ ਪਿਆਰ ਵਧੇਗਾ, ਟਾਈਮ ਦੁਨੀਆ ਨੂੰ ਦੇ ਦੇਗਾ ਸਾਰਾ। ਪਰ ਗੁਰਬਾਣੀ ਕਹਿੰਦੀ ਹੈ ਇਹਨਾਂ ਦੋਵਾਂ ਚੀਜ਼ਾਂ ਨੂੰ ਸਰੀਰਿਕ ਲੈਵਲ ਤੇ ਨਹੀਂ ਕਰਨਾ, ਮਾਨਸਿਕ ਲੈਵਲ ਤੇ। ਸਿਰਫ ਆਪਣਾ ਧਿਆਨ ਤੇਰਾ ਗੁਰੂ ਵੱਲ ਹੋਣਾ ਚਾਹੀਦਾ, ਸਰੀਰ ਭਾਵੇਂ ਦੁਨੀਆ ਵਿੱਚ ਹੀ ਹੋਵੇ। ਇਹਨੂੰ ਗੁਰਬਾਣੀ ਦੇ ਵਿੱਚ ਇੱਕ ਉਦਾਹਰਣ ਵੀ ਲਿਆ, ਆਨੀ ਲੈ ਕਾਗਜ਼ ਕਾਟੀ ਲੈ ਗੁੱਡੀ। ਕਹਿੰਦੇ ਨੇ ਇੱਕ ਬੱਚਿਆਂ ਦਾ, ਭਗਤ ਨਾਮਦੇਵ ਜੀ ਦਿੰਦੇ ਨੇ ਉਦਾਹਰਣ, ਜਿਵੇਂ ਬੱਚੇ ਨੇ, ਬੱਚੇ ਪਤੰਗ ਉਡਾਉਂਦੇ ਨੇ। ਹੁਣ ਬੱਚਾ ਪਤੰਗ ਉਡਾ ਰਿਹਾ ਹੈ, ਧਿਆਨ ਤੇ ਉਹਦਾ ਪਤੰਗ ਵਿੱਚ ਹੈ, ਪਰ ਗੱਲਾਂ ਬਾਤਾਂ ਹੁਣ ਦੋਸਤਾਂ ਨਾਲ ਵੀ ਕਰ ਲੈਂਦਾ। ਧਿਆਨ ਉਹਦਾ ਸਾਰਾ ਡੋਰ ਵਿੱਚ ਹੈ, ਪਤੰਗ ਵੱਲ ਵੇਖ ਵੀ ਨਹੀਂ ਰਿਹਾ, ਫਿਰ ਵੀ ਧਿਆਨ ਉਹਦੇ ਵਿੱਚ ਜੁੜਿਆ ਹੋਇਆ। ਔਰ ਮਨੁੱਖ ਦਾ ਐਸਾ ਕਈ ਵਾਰੀ ਹੁੰਦਾ ਹੈ, ਜਿਨ੍ਹਾਂ ਨੂੰ ਅਸੀਂ ਡਿਪਰੈਸ਼ਨ ਦੇ ਰੋਗੀ ਕਹਿੰਦੇ ਹਾਂ, ਉਹਨਾਂ ਨਾਲ ਐਸਾ ਵਾਪਰਦਾ। ਉਹ ਬੈਠੇ ਦੁਨੀਆ 'ਚ ਹੁੰਦੇ ਨੇ, ਗੱਲਾਂ ਬਾਤਾਂ ਦੁਨੀਆ ਨਾਲ ਕਰੀ ਜਾਣਗੇ, ਧਿਆਨ ਉੱਥੇ ਜੋੜੀ ਰੱਖਦੇ ਨੇ। ਨਾ ਉਹਨਾਂ ਨੂੰ ਖਾਣਾ ਚੰਗੇ ਲੱਗੇ, ਨਾ ਪਾਣਾ ਚੰਗਾ, ਐਸਾ ਹੁੰਦਾ ਹੈ। ਮਨੋਵਿਗਿਆਨੀ ਇਸ ਗੱਲ ਨੂੰ ਕਹਿੰਦੇ ਨੇ, ਜਿਉਂ-ਜਿਉਂ ਮਨੁੱਖ ਦਾ ਧਿਆਨ ਜਿਹੜੀ ਚੀਜ਼ ਵਿੱਚ ਗਹਿਰਾ ਜੁੜੇਗਾ, ਮਨੁੱਖ ਕੋਲ ਵੀ ਬੈਠਾ ਹੋਏਗਾ, ਉਹਨੂੰ ਕੁਝ ਵੀ ਪਤਾ ਨਹੀਂ ਲੱਗਦਾ, ਕਿਉਂ ਧਿਆਨ ਉੱਧਰ ਜੁੜਿਆ ਹੋਇਆ। ਹੁਣ ਜਿਹੜੀ ਤੇ ਗੱਲ ਉਹ ਧਿਆਨ 'ਚ ਜੁੜਿਆ, ਜਿਹੜੀ ਤੇ ਗੱਲ ਉਹਦੇ ਹਿੱਤ ਦੀ ਆ ਜਾਏਗੀ, ਉਹ ਉਹਨੂੰ ਪਤਾ ਲੱਗ ਜਾਂਦੀ ਹੈ ਥੋੜ੍ਹੀ ਬਹੁਤੀ, ਬਾਕੀ ਨਹੀਂ ਪਤਾ ਲੱਗਦਾ। ਗੱਲ ਧਿਆਨ ਦੀ। ਇੱਥੇ ਇਹ ਸ਼ਬਦ ਹੈ, ਇਹੋ ਮਨ ਨਿਸ਼ਚਲ ਹਿਰਦੇ ਵਸੀਅਲ, ਗੁਰਮੁਖ ਮੂਲ ਪਛਾਣ ਰਹਿ। ਹਿਰਦੇ ਦਾ ਮਤਲਬ ਹੈ ਅਸੀਂ ਬੜੀਆਂ ਚੀਜ਼ਾਂ ਸਾਧ ਸੰਗਤ ਬੁੱਧੀ ਦੇ ਲੈਵਲ ਤੇ ਕਰ ਲੈਂਦੇ ਹਾਂ, ਦਿਲੋਂ ਨਹੀਂ ਕਰਦੇ, ਐਸਾ ਹੁੰਦਾ। ਹਿਰਦੇ ਦਾ ਮਤਲਬ ਹੈ ਉਹ ਅਵਸਥਾ ਜਿੱਥੇ ਸਾਨੂੰ ਅਨੁਭਵ ਹੋ ਗਿਆ ਹੈ, ਜਿਹੜੀਆਂ ਚੀਜ਼ਾਂ ਦਾ ਮਨੁੱਖ ਨੂੰ ਪ੍ਰੈਕਟੀਕਲ ਹੋ ਗਿਆ ਹੈ, ਉਹ ਸਾਡੇ ਦਿਲ ਦੇ ਵਿੱਚ ਵਸਦੀਆਂ ਨੇ। ਜਿਵੇਂ ਐਸਾ ਸਮਝਣਾ, ਜਿਹੜੇ ਅਸੀਂ ਆਪਣੇ ਦਿਲ ਦੇ ਵਿੱਚ ਸਥਾਨ ਉਸ ਵਸਤੂ ਨੂੰ ਦਿੰਦੇ ਹਾਂ ਜਿਸ ਦੇ ਉੱਤੇ ਸਾਨੂੰ ਪੂਰਨ ਵਿਸ਼ਵਾਸ ਹੋ ਗਿਆ ਹੈ, ਉਹ ਤੋਂ ਪਹਿਲਾਂ ਨਹੀਂ, ਦਿਲੋਂ। ਮਹਾਰਾਜ ਨੇ ਬਾਣੀ 'ਚ ਤਾਂ ਹੀ ਕਿਹਾ, ਦਿਲੋਂ ਹੋ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ। ਕਈ ਵਾਰੀ ਮਨੁੱਖ ਆਉਂਦਾ ਤੇ ਹੈ ਗੁਰੂ ਦੇ ਦੁਆਰੇ, ਰੱਬ ਨੂੰ ਯਾਦ ਵੀ ਕਰਦਾ ਹੈ, ਪਰ ਮੁੱਖ ਕੁਝ ਹੋਰ ਕਹਿੰਦਾ, ਮਨ ਕੁਝ ਹੋਰ ਕਹਿੰਦਾ, ਦਿਲ ਹਜੇ ਜੁੜਿਆ ਹੀ ਨਹੀਂ। ਦਿਲ ਕਿਉਂ ਨਹੀਂ ਜੁੜਿਆ? ਵਿਸ਼ਵਾਸ ਨਹੀਂ ਹੋਇਆ। ਜਿਹੜੀ ਚੀਜ਼ 'ਤੇ ਵਿਸ਼ਵਾਸ ਹੋ ਗਿਆ ਉਹਦੇ ਨਾਲ ਦਿਲੋਂ ਪ੍ਰੇਮ ਹੈ। ਜਿਹੜੇ ਵੀ ਆਪਾਂ ਇੱਥੇ ਹੋਰ ਲੈਂਦੇ ਹਾਂ, ਕੋਈ ਵੀ ਰਿਸ਼ਤੇਦਾਰ ਹੈ ਜਿਹਨੇ ਕਿਸੇ ਮੁਸੀਬਤ ਦੇ ਵਿੱਚ ਕੋਈ ਸਾਥ ਦਿੱਤਾ ਹੈ, ਰੱਬ ਨੇ ਦਵਾਇਆ ਹੈ, ਹੁਣ ਉਸ ਦਾ ਪ੍ਰੇਮ, ਮਨੁੱਖ ਦਾ ਪ੍ਰੇਮ ਉਹਦੇ ਨਾਲ ਦਿਲੀ ਹੋ ਜਾਂਦਾ ਹੈ, ਦਿਲੋਂ ਉਸ ਦੇ ਨਾਲ ਜੁੜ ਜਾਂਦਾ ਹੈ। ਜਾਂ ਜਿਹੜੀ ਚੀਜ਼ ਦਾ ਅਨੁਭਵ ਹੋ ਜਾਏ, ਜਿਵੇਂ ਆਪਾਂ ਇਸ ਸੜਕ ਤੋਂ ਜਾ ਰਹੇ ਹਾਂ, ਇਸ ਸੜਕ ਤੋਂ ਪਹਿਲਾਂ ਕੋਈ ਮਨੁੱਖ ਗਿਆ ਹੈ, ਉਹਨੂੰ ਲੁੱਟ ਲਿਆ ਗਿਆ, ਬਾਹਰ ਕਿਲੇ ਤੋਂ ਬਾਹਰ ਸੜਕ ਤੋਂ ਗਏ, ਦੂਜਾ ਮਨੁੱਖ ਵੀ ਗਿਆ, ਇਹਦੇ ਨਾਲ ਵੀ ਇਹੀ ਵਾਪਰਿਆ। ਹੁਣ ਤੀਜੀ ਵਾਰੀ ਇਹ ਸੜਕ ਤੋਂ ਨਹੀਂ ਜਾਏਗਾ, ਭਾਵੇਂ ਇਹਨੂੰ ਕਹਿੰਦਾ ਵੀਰੇ ਕਿਉਂ, ਹੁਣ ਇਹਦਾ ਦਿਲ ਕਹੇਗਾ ਮੈਂ ਇੱਧਰ ਨਹੀਂ ਜਾਣਾ, ਇੱਥੋਂ ਲੁੱਟ ਲਿਆ ਜਾਂਦਾ, ਅਨੁਭਵ ਹੋ ਗਿਆ। ਔਰ ਸਾਧ ਸੰਗਤ ਜਿਹੜਾ ਹਿਰਦਾ ਹੈ ਨਾ, ਜੇ ਤੇ ਥੱਲੇ ਨੂੰ ਜਾਣ ਲੱਗ ਜਾਏ, ਹਿਰਦੇ ਦੇ ਵਿੱਚ ਪ੍ਰੇਮ, ਇਹ ਨਹੀਂ ਇਕੱਲਾ ਪਰਮਾਤਮਾ ਦਾ ਲੱਗ ਸਕਦਾ, ਦੁਨੀਆ ਦਾ ਵੀ ਲੱਗ ਸਕਦਾ ਹੈ।
ਕਈ ਵਾਰੀ ਦਿਲ ਦੇ ਵਿੱਚ ਕਾਮ ਵਾਸਨਾ ਆ ਗਈ ਹੈ, ਮਨੁੱਖ ਥੱਲੇ ਨੂੰ ਚਲਾ ਜਾਂਦਾ ਹੈ। ਰੱਬ ਦਾ ਨਾਂ ਆ ਲਏ ਬੁੱਧੀ ਉਜਲ ਹੋਈ ਜਾਂਦੀ ਹੈ, ਐਸਾ ਵੀ ਹੈ। ਕਈ ਵਾਰੀ ਲੋਭ ਦਿਲ ਨੂੰ ਲੱਗ ਜਾਏ, ਥੱਲੇ ਨੂੰ ਜਾਈ ਜਾਂਦਾ, ਔਰ ਏਡਾ ਲੋਭੀ ਹੋ ਜਾਂਦਾ, ਦਿਲੋਂ ਜਿਹੜਾ ਲੋਭੀ ਹੋ ਜਾਏ, ਬਾਣੀ ਕਹਿੰਦੀ ਵਿਸ਼ਵਾਸ ਨਾ ਕਰੀ, ਘਰ ਦਾ ਭਰਾ ਵੀ ਹੋਏ ਲੁੱਟ ਕੇ ਖਾ ਜਾਏਗਾ, ਔਰ ਮਾਰ ਵੀ ਦੇਵੇਗਾ, ਇੱਥੋਂ ਤੇ ਵੀ ਸਰੀਰ ਵੀ ਮੁਕਾ ਦੇਵੇਗਾ। ਏਡੀ ਵੱਡੀ ਵੀ ਗੱਲ ਹੈ। ਔਰ ਗੁਰਬਾਣੀ ਨੇ ਕਿਹਾ ਲੋਭੀ ਕਾ ਵੈਸਾਹੁ ਨਾ ਕੀਜੈ, ਜੇ ਕਾ ਪਰ ਵਸਾਏ। ਜੇ ਲੋਭ ਦਿਲ ਨੂੰ ਛੂ ਗਿਆ, ਜੇ ਕ੍ਰੋਧ ਦਿਲ ਨੂੰ ਛੂ ਗਿਆ, ਈਰਖਾ ਦਿਲ ਨੂੰ ਛੂ ਗਈ ਹੈ, ਇਹ ਮਨੁੱਖ ਨੂੰ ਖਤਮ ਵੀ ਕਰ ਸਕਦਾ ਹੈ। ਔਰ ਯਾਦ ਰੱਖਣਾ, ਜੇ ਕਿਤੇ ਪਰਮੇਸ਼ਰ ਦਾ ਨਾਮ ਦਿਲ ਨੂੰ ਲੱਗ ਗਿਆ, ਹਿਰਦੇ ਨੂੰ ਲੱਗ ਗਿਆ, ਅਨੁਭਵ ਹੋ ਗਿਆ, ਨਹੀਂ ਮਨਾ ਪਰਮੇਸ਼ਰ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਜੇ ਕਿਸੇ ਦਿਨ ਮਾੜਾ ਜਿਹਾ ਵੀ ਵਿਸ਼ਵਾਸ ਆ ਗਿਆ, ਬਾਣੀ ਕਹਿੰਦੀ ਜਾ ਕੇ ਹਿਰਦੈ, ਜਿਹਦੇ ਹਿਰਦੇ ਵਿੱਚ ਭਾਵ ਜਿਹਨੂੰ ਅਨੁਭਵ ਹੋ ਗਿਆ ਪਰਮਾਤਮਾ ਦਾ, ਉਵੇਂ ਨਹੀਂ। ਜਦੋਂ ਤਾਈਂ ਅਨੁਭਵ ਨਹੀਂ ਹੋਇਆ ਉਦੋਂ ਤਾਈਂ ਕੋਈ ਵਿਸ਼ਵਾਸ ਨਹੀਂ ਹੈ। ਔਰ ਬਹੁਤ ਦੁਨੀਆ ਦੇ ਰੱਬ 'ਤੇ ਰੋਜ਼ ਵਿਸ਼ਵਾਸ ਵੱਜਦੇ ਨੇ, ਰੋਜ਼ ਟੁੱਟਦੇ ਨੇ। ਬਹੁਤ ਦੁਨੀਆ ਨੂੰ ਕਹਿ ਦਿੰਦਾ ਮਨੁੱਖ, ਮੈਨੂੰ ਤੇ ਹੁਣ ਰੱਬ 'ਤੇ ਵਿਸ਼ਵਾਸ ਹੀ ਨਹੀਂ ਰਿਹਾ। ਜਿਹਨੂੰ ਹੁਣ ਨਹੀਂ ਰਿਹਾ ਇਹਨੂੰ ਕਦੇ ਵੀ ਨਹੀਂ ਸੀ। ਮਨੁੱਖ ਬੜੀ ਵਾਰੀ ਕਹਿੰਦਾ ਸਾਨੂੰ ਤੇ ਹੁਣ ਰੱਬ 'ਤੇ ਵਿਸ਼ਵਾਸ ਹੀ ਨਹੀਂ ਰਿਹਾ। ਹੁਣ ਨਹੀਂ ਭਾਈ, ਤੈਨੂੰ ਹੈ ਹੀ ਨਹੀਂ ਸੀ। ਜਿਨ੍ਹਾਂ ਨੂੰ ਵਿਸ਼ਵਾਸ ਹੋ ਗਿਆ, ਬਾਣੀ ਕਹਿੰਦੀ ਉਹਨਾਂ ਨੂੰ ਤੇ ਗਿਆਨ ਹੋ ਗਿਆ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ। ਸਾਰੀ ਦੁਨੀਆ ਦੇ ਡਰ ਉਹਦੇ ਖਤਮ ਹੋ ਜਾਂਦੇ ਨੇ। ਦਿਲੀ ਪ੍ਰੇਮ ਨਹੀਂ ਲੱਗਿਆ, ਜਿੰਨੀ ਦਿਲ ਦੀ ਖਿੱਚ ਦੁਨੀਆ ਦੇ ਪਦਾਰਥਾਂ ਨਾਲ ਹੈ। ਜਿਵੇਂ ਅਸੀਂ ਇੱਥੇ ਬੈਠੇ ਹਾਂ, ਸਾਡੇ ਸਾਹਮਣੇ ਦੋ ਸਿਚੁਏਸ਼ਨਾਂ ਆ ਜਾਣ। ਇੱਕ ਤੇ ਅਸੀਂ ਬੈਠੇ ਹੁਣ ਕਥਾ ਸੁਣ ਰਹੇ ਹਾਂ, ਇੱਕ ਬਾਹਰ ਅਨਾਉਂਸਮੈਂਟ ਹੋ ਜਾਏ, ਬਾਹਰ ਜਿਹੜਾ ਵੀ ਮਨੁੱਖ ਬਾਹਰ ਆਏਗਾ ਲੱਖ ਰੁਪਈਆ ਉਹਨੂੰ ਵੰਡਿਆ ਜਾਏਗਾ। ਜਿਹੜੀ ਚੀਜ਼ ਦਿਲੀ ਪ੍ਰੇਮ ਹੋਇਆ ਮਨੁੱਖ ਉੱਧਰ ਹੀ ਭੱਜ ਜਾਏਗਾ। 100% ਤੇ ਗੱਲ ਇਹ ਹੈ, ਦਿਲੀ ਪ੍ਰੇਮ ਮਾਇਆ ਨਾਲ ਹੋਏਗਾ ਜਾਏਗਾ। ਕਿਉਂ? ਉਹਦੀ ਵੈਲਿਊ, ਉਹਦਾ ਅਨੁਭਵ ਪਤਾ ਹੈ, ਇਹਦੀ ਕਿੱਡੀ ਵੱਡੀ ਵੈਲਿਊ। ਗੁਰਬਾਣੀ ਕਹਿੰਦੀ ਹੈ ਐਸਾ ਹੁੰਦਾ ਹੈ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣਦਾ। ਇਹ ਵਸਤੂ ਅਮੋਲਕ ਹੈ, ਇਹਦੀ ਕੀਮਤ ਕੋਈ ਜਾਣਦਾ ਨਹੀਂ। ਔਰ ਕੀਮਤ ਨਾ ਪਤਾ ਹੋਣ ਕਰਕੇ, ਕੀਮਤ ਦੀ ਜਾਣਕਾਰੀ ਨਾ ਹੋਣ ਕਰਕੇ ਮਨੁੱਖ ਇਸ ਨੂੰ ਲੈਂਦਾ ਵੀ ਨਹੀਂ। ਸਾਧ ਸੰਗਤ, ਜਿਹੜੀ ਚੀਜ਼ ਦੇ ਨਾਲ ਦਿਲੀ ਅਨੁਭਵ ਗਹਿਰਾ ਹੋ ਗਿਆ ਹੈ, ਜਿਹੜੀ ਚੀਜ਼ ਦੇ ਨਾਲ ਦਿਲ ਗਹਿਰਾ ਚਲਾ ਗਿਆ ਹੈ, ਮਨੁੱਖ ਉਸ ਦਾ ਹੀ ਹੋ ਜਾਂਦਾ ਹੈ। ਔਰ ਯਾਦ ਰੱਖਣਾ, ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਜਿੰਨੇ ਵੀ ਸਾਹਿਬ ਗੁਰੂ ਜੀ ਦੇ ਕੋਲ ਸੇਵਾ ਕਰਨ ਲਈ ਆਏ, ਸਾਧ ਸੰਗਤ, ਦਿਲੀ ਜੁੜ ਗਏ ਉਹਨਾਂ ਨਾਲ। ਮਹਾਰਾਜ ਗੁਰੂ ਅੰਗਦ ਸਾਹਿਬ ਜੀ ਗਏ, ਜਿਸ ਦਿਨ ਉਹਨਾਂ ਨੇ ਸ਼ਬਦ ਸੁਣਿਆ ਗੁਰੂ ਨਾਨਕ ਦਾ ਭਾਈ ਜੋਧ ਜੀ ਕੋਲੋਂ, ਉਹਨਾਂ ਦੇ ਬਾਰੇ ਸੁਣਿਆ, ਗੁਰੂ ਅਮਰਦਾਸ ਜੀ ਨੇ ਸੁਣਿਆ ਗੁਰੂ ਅੰਗਦ ਸਾਹਿਬ ਜੀ ਦੇ ਬਾਰੇ, ਦਿਲੀ ਜੁੜ ਗਏ ਉਹਨਾਂ ਨਾਲ। ਔਰ ਜਿਹੜੇ ਦਿਲ ਤੋਂ ਜੁੜ ਕੇ ਸੇਵਾ ਕਰਦੇ ਨੇ, ਸੇਵਾ ਸਫਲ ਵੀ ਉਹਨਾਂ ਦੀ ਹੁੰਦੀ ਹੈ। ਨਾਮ ਜਿਹੜੇ ਦਿਲੋਂ ਕਰਦੇ ਨੇ। ਔਰ ਯਾਦ ਰੱਖਣਾ, ਇਹ ਦਿਲ ਇੱਕਦਮ ਨਹੀਂ ਜੁੜਦਾ, ਹੌਲੀ ਹੌਲੀ ਜੁੜਦਾ ਹੈ। ਵਿਸ਼ਵਾਸ ਇੱਕਦਮ ਨਹੀਂ ਆਉਂਦਾ, ਹੌਲੀ ਹੌਲੀ ਆਉਂਦਾ ਹੈ। ਔਰ ਵਿਸ਼ਵਾਸ ਇੱਕਦਮ ਨਹੀਂ ਟੁੱਟਦਾ, ਹੌਲੀ ਹੌਲੀ ਟੁੱਟਦਾ। ਪਰ ਇੱਕ ਗੱਲ ਐਸੀ ਹੈ, ਜੇ ਵਿਸ਼ਵਾਸ ਰੱਬ 'ਤੇ ਆ ਗਿਆ, ਫਿਰ ਮਨੁੱਖ ਗਿਆਨੀ ਹੋ ਜਾਏਗਾ, ਆਤਮ ਗਿਆਨੀ ਹੋ ਜਾਏਗਾ, ਇਹਨੂੰ ਸਮਝ ਆ ਜਾਏਗੀ। ਹੁਣ ਮਹਾਰਾਜ ਇੱਥੇ ਕਹਿੰਦੇ ਨੇ, ਨਾਭ ਪਵਨ ਘਰ ਆਸਣ ਵੈਸੇ, ਗੁਰਮੁਖ ਖੋਜਤ ਤਤ ਲਹੈ। ਜੋਗੀਆਂ ਨੇ ਨਾ ਸਵਾਲ ਕੀਤਾ ਮਹਾਰਾਜ ਜੀ ਨੂੰ, ਪ੍ਰਾਣ ਕਿੱਥੇ ਰਹਿੰਦਾ ਹੈ? ਪ੍ਰਾਣ, ਸਾਧ ਸੰਗਤ, ਦੋ ਚੀਜ਼ਾਂ ਨੇ। ਇੱਕ ਤੇ ਅਸੀਂ ਹਵਾ ਲੈ ਰਹੇ ਹਾਂ, ਇਹਨੂੰ ਕਹਿੰਦੇ ਨੇ ਸ਼ਵਾਸ, ਔਰ ਇਹਨਾਂ ਦੇ ਇਹਦੇ ਅੰਦਰ ਹੀ ਚੱਲਦਾ ਹੈ ਪ੍ਰਾਣ। ਔਰ ਵਿਦਵਾਨ ਯੋਗੀ ਕਹਿੰਦੇ ਨੇ ਇਹ 5 ਤਰੀਕੇ ਦਾ ਹੁੰਦਾ ਹੈ ਪ੍ਰਾਣ। ਜਿਹੜੇ ਸਾਡੇ ਬੋਲਣ ਦੀ, ਜਿਹੜਾ ਮੈਂ ਬੋਲ ਰਿਹਾ ਇਹ ਵੀ ਇੱਕ ਪ੍ਰਾਣ ਹੈ, ਇਹਨੂੰ ਉਦਾਨ ਕਹਿੰਦੇ ਨੇ। ਇਹ ਬਾਣੀ ਦਾ ਪ੍ਰਾਣ ਹੈ। ਇੱਕ ਪ੍ਰਾਣ ਹੈ ਜਿਹੜਾ ਸਾਡਾ ਪਾਚਨ ਸ਼ਕਤੀ ਕਰਦਾ ਹੈ, ਉਹ ਅਲੱਗ ਪ੍ਰਾਣ ਹੈ। ਹਵਾ ਕਹਿ ਦਿਓ 5 ਤਰੀਕੇ ਦੇ ਸਰੀਰ 'ਚ ਹੈ।
एक ये है जिहड़ी साडी अंतड़ियां नूं साफ करती है, वो तीजी है। एक बाणी है जिन्हों असी बोल रहे हैं, और पंजवां वो है जिहड़ा खत्म हो जाए तो शरीर ही चला जाता है, उस नूं पंजवां प्राण कहते हैं। समान, अपान, उद्यान, व्यान, पंज ने। और योगी की करते सन, एक एक प्राण नूं काबू च कर लेंदे सन। और गुरु नानक नूं यही सवाल पूछते हैं, प्राण कित्थे वसदा है? गुरु नानक जी ने कहा, नाभि विच वसदा। हरेक मनुख का साह असी इत्थे बैठे लै रहे हैं, नाभि तो श्वास चलता है साडा। जिस दिन मनुख की डैथ होंदी है, नाभि तो वो गंढ खुल जाती है, उस दिन प्राण चले जाते हैं। प्राणा की गंढ उस दिन टुट जाती है। और कहते ने व्यान जिहड़ा है, उसकी गंढ है भी बड़ी बरीक, जिस दिन वो खुल जाती है। और इस करके जिवें मनुख वाणी बोल रहे हैं, असी ताई तो रोटी खांदे भी तां बोल सकते हैं। कारण ये है, हुण असी बोल रहे हैं, जे साडे पेट के अंदर भोजन है वो अपने आप ही पच रहे हैं। जे किते यही हवा ने पहुँचाना हुंदा फिर तो बड़ी गड़बड़ हो जानी सी, फिर तो बहुत बड़ी दिक्कत पैदा हो जानी सी शरीर च। असी सारा दिन रोटी खाने तो बाद कितनी देर गल करते रहने हैं, पर भोजन अंदर पचता रहिंदा है। उहदे प्राण अलग ने, उहदी हवा अलग है। उस तो बाद अंतड़ियां दा साफ होना वो अपने आप ही है। ये पांच तरीके दे प्राण साडे अंदर चलते हैं, भाव हवा चलती है हरेक मनुख दे। और याद रखना, जिहड़ा व्यान है, जिहड़ा आंतड़ियां नूं साफ करता है, जिस मनुख दी आंतड़ियां साफ नहीं हुंदियां, गुरबाणी वैसे जो जो असी नाम जपते हैं, साडा शरीर मर्यादा च आ जाता है। जीभ मर्यादा च आ जाती है, कन्न मर्यादा च आ जाते हैं, अखां मर्यादा च आ जांदियां ने। ज्यों ज्यों असी गुरबाणी नाम जपते हैं, ज्यों ज्यों जपते रहांगे, उवें उवें शरीर मर्यादा विच आ जाएगा। हुण कईयां दा आपां जिहनूं कहंदे आ पाचन तंत्र ठीक नहीं हुंदा। और साध संगत, तिब्बत दे विच जदों किसी नूं डॉक्टरी का सर्टिफिकेट मिलता है, उन्होंने पहला जिहड़ी पाचन तंत्र की, जिन्हों उष्मा कहते हैं, अग्नि प्रज्वलित करनी पैंदी है। उन्होंने एवें नहीं सर्टिफिकेट दे देंदे। एक रात ठंड दे विच रखिया जाता है। जे वो डॉक्टर अपने शरीर ते मुड़का लियाउण दे विच सफल हो गया, उन्होंने डॉक्टरी का सर्टिफिकेट दे देंदे ने, नहीं देंदे। साडे वर्गा काम नहीं है उत्थे, भावें कोई पढ़े है नहीं पढ़िया उन्होंने भी सर्टिफिकेट दे दो, ऐसा नहीं है। उत्थे प्रैक्टिकली इलाज है। मैं कह रहा सी मनुख दियाँ, अगर मनुख नूं बहुते रोग, मैं ये भी कह दियाँ, इहदियां आंतरां दा साफ होना नहीं है। हुण मनुख दियां आंतां दे विच कुछ ना कुछ रहिंदा है, वो दोबारा घुलदा रहिंदा है, घुलदिया ब्लड विच चला जाता है, ब्लड दे विचों दिमाग विच आ जाता है, और दिमाग दे विच फिर माड़े विचार ने जिहड़े तां ही चलदे ने। जे शरीर बिल्कुल हौला होए, और कहते ने चौथे तरीके का जिहड़ा प्राण है, जे किते मनुख उत्ते काबू करे, ये हवा विच उड़ भी सकता है। ऐसा भी ये कोल है, जिहड़ा अज ताईं विज्ञान साइंस ये हिसाब नहीं लगा सकी वड्डे वड्डे पंछी उड़ते क्यों ने। और साडे देश के मनीष कहते ने, आचार्य कहते ने, उन्होंने चौथे कुदरत वालों उन्होंने चौथे प्राण ते काबू पाया हुआ है, तां उड़ लेंदे ने। और ऐसे मनुख जिहड़े हौली हौली नाम गुरबाणी जपते हैं, उन्होंने कोल ये शक्ति आ जाती है। वैसे रोह विचार ये गल विच आ गई, मैं आप जी नूं दसना चाहे। इस करके शरीर दे विच पांच तरीके दे प्राण ने। पहला है व्यान, अगर आंतड़ियां साफ नहीं हो रही, हौली हौली दिमाग विशैला हो जाएगा। क्यों? ब्लड उत्थों ही सर्कुलेशन करना है, हौली हौली हार्ट विच आएगा, हार्ट चों दिमाग विच चला जाएगा। हौली हौली तां ही कहंदे ने, जैसा असी अन्न खाने वैसा मन हो जाता है। जिवें कोई मनुख मांस खा रहा है, वैसे मैं इस पर बोलना नहीं सी चाहता, पर मैं फिर भी आप दी ज्ञात लई अर्ज करना चाहुंदा, जिस पक्षी का जिसका भी मनुख मांस खांदा है, हौली हौली उहदी पाचन अंदर होएगा, जाके उहदे ब्लड में चला जाता है,
ਹੌਲੀ ਹੌਲੀ ਮਨੁੱਖ ਦੇ ਵਿਚਾਰ ਉਹ ਪੰਛੀ ਵਰਗੇ ਹੀ ਹੋ ਜਾਂਦੇ ਨੇ, ਉਹ ਪਸ਼ੂ ਵਰਗੇ ਹੋ ਜਾਂਦੇ। ਕਈਆਂ ਦੀ ਮਾਸ ਖਾ ਖਾ ਕੇ ਬੁੱਧੀ ਮੋਟੀ ਹੋ ਜਾਂਦੀ ਹੈ। ਕਾਰਨ ਕੀ ਹੈ? ਹੌਲੀ ਹੌਲੀ ਖਾਂਦਿਆਂ ਖਾਂਦਿਆਂ ਬਲੱਡ ਦੇ ਵਿੱਚ ਉਹ ਜਿਹੜੀ ਹੁਣ ਜਿਹਦੇ ਮਾਸ ਦੇ ਵਿੱਚ ਅਸੀਂ ਖਾਂਦੇ ਹਾਂ, ਕਿਉਂਕਿ ਮਨੁੱਖ ਦਾ ਪਹਿਲਾ ਹੈ ਸਰੀਰ ਅੰਨਮਈ ਕੋਸ਼, ਔਰ ਸਾਡੇ ਇਹ ਸਰੀਰ ਦੇ ਅੰਦਰ ਸਾਡੇ ਗੁਣ ਨੇ, ਔਰ ਬਹੁਤੇ ਗੁਣ ਸਾਨੂੰ ਮਾਤਾ ਪਿਤਾ ਤੋਂ ਮਿਲੇ ਨੇ, ਕਿਉਂਕਿ ਅਸੀਂ ਮਾਤਾ ਪਿਤਾ ਦੇ ਸਰੀਰ ਤੋਂ ਆਏ ਹਾਂ। ਹੁਣ ਜੋ ਗੁਣ ਮਾਤਾ ਪਿਤਾ ਸੀ ਸਾਡੇ ਵਿੱਚ ਹੈਗੇ ਨੇ, ਕਿਉਂ? ਉਹਨਾਂ ਦੇ ਸਰੀਰ ਦੇ ਨਾਲ ਸਾਡਾ ਸਰੀਰ ਬਣਿਆ। ਐਵੇਂ ਜਿਹੜਾ ਪਸ਼ੂ ਹੈ ਉਹਦੇ ਸਰੀਰ ਦੇ ਵਿੱਚ ਵੀ ਗੁਣ ਨੇ, ਉਹਦੇ ਮਾਸ ਵਿੱਚ ਵੀ ਗੁਣ ਨੇ। ਉਹ ਮਾਸ ਅੰਦਰ ਜਾਂਦਾ ਹੈ, ਉਹ ਡਾਈਜੈਸਟ ਹੁੰਦਾ ਹੈ, ਉਹਦੇ ਹੌਲੀ ਹੌਲੀ ਗੁਣ ਵੀ ਮਨੁੱਖ ਵਿੱਚ ਆ ਜਾਂਦੇ ਨੇ। ਤਾਂ ਹੀ ਕਰਕੇ ਮਾਸ ਨੂੰ ਤਾਮਸਿਕ ਭੋਜਨ ਕਿਹਾ ਗਿਆ, ਕਿਉਂਕਿ ਬਹੁਤੀ ਵਾਰੀ ਜ਼ਿਆਦਾ ਮਾਸ ਖਾਣ ਵਾਲੇ ਮਨੁੱਖ ਕ੍ਰੋਧੀ ਹੋ ਜਾਂਦੇ ਨੇ, ਤਾਮਸਿਕ ਹੋ ਜਾਂਦੇ ਨੇ, ਮਾੜੇ ਵਿਚਾਰ ਉਹਨਾਂ ਵਿੱਚ ਚੱਲਦੇ ਨੇ। ਯੂਰਪ ਦੇ ਵਿੱਚ, ਅਮਰੀਕਾ ਵਰਗੇ ਦੇਸ਼ ਜਿੱਥੇ ਸੀ ਫੂਡ ਦਾ ਬਹੁਤ ਬੋਲਬਾਲਾ ਹੈ, ਉੱਥੇ ਇੱਜ਼ਤ ਆਬਰੂ ਚਲੀ ਗਈ ਹੈ। ਕਿਉਂ? ਭੋਜਨ ਤਾਮਸਿਕ ਹੈ। ਹੁਣ ਬਾਣੀ ਇੱਥੇ ਕਹਿੰਦੀ ਹੈ, ਨਾਭ ਪਵਨ ਘਰ ਆਸਣ ਬੈਸੈ, ਗੁਰਮੁਖ ਖੋਜਤ ਤਤ ਲਹੈ। ਗੁਰੂ ਦੀ ਗੁਰਬਾਣੀ ਨੂੰ ਸੁਣਦਿਆਂ ਸੁਣਦਿਆਂ, ਗੁਰੂ ਦੀਆਂ ਬਾਤਾਂ 'ਤੇ ਖੋਜ ਕਰਦਿਆਂ ਕਰਦਿਆਂ ਮਨੁੱਖ ਆਪਣੀ ਜ਼ਿੰਦਗੀ 'ਚ ਬੜਾ ਵੱਡਾ ਬਣ ਜਾਂਦਾ।